आत्म परगास। ਮੈਨੂੰ ਯਾਦ ਆ ਗਿਆ ਵਿਰਾਸਤ ਦੀ ਗੱਲ ਕਰਦੇ ਹਾਂ ਕਿ 2018 ਦੀ ਗੱਲ ਹੈ। ਮੈਂ ਉਦੋਂ ਕੈਂਬਰਿਜ ਯੂਨੀਵਰਸਿਟੀ 'ਚ ਵਿਜ਼ਿਟਿੰਗ ਸਾਇੰਟਿਸਟ ਕੰਮ ਕਰਦਾ ਸੀਗਾ ਅਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰਿਜ ਦੀਆਂ ਸੜਕਾਂ ਦੇ ਉੱਤੇ। ਅੱਗਿਓਂ ਇੱਕ ਗੋਰਾ ਆਇਆ, ਬਜ਼ੁਰਗ, ਉਹਦੀ ਉਮਰ ਅੰਦਾਜ਼ਨ ਮੇਰਾ ਖਿਆਲ 90 ਸਾਲ ਦੇ ਕਿਤੇ ਅੱਗੜ ਪਿਛੜ, ਅਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਅਤੇ ਮੇਰੇ ਕੋਲੋਂ ਲੰਘਿਆ, ਬੜਾ ਹੀ ਸਤਿਕਾਰ ਦੇ ਕਿਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ। ਅਤੇ ਜਦੋਂ ਮੇਰੇ ਕੋਲੋਂ ਲੰਘਿਆ ਮੈਂ ਪਿਛਾਂਹ ਮੁੜ ਕੇ ਦੇਖਿਆ, ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੋ ਅਤੇ ਰੁਕੂਗਾ। ਉਹ ਬਜ਼ੁਰਗ ਨੇ ਕੁਛ ਨਹੀਂ ਦੇਖਿਆ ਅਤੇ ਗਾਹਾਂ ਲੰਘ ਤੁਰਿਆ। ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਿਕਾਰ ਦੇ ਕੇ ਲੰਘਿਆ ਅਤੇ ਹੈ ਕੌਣ ਸੀ। ਨੈਕਸਟ ਡੇ ਫਿਰ ਉਹੀ ਭਾਣਾ ਵਰਤਿਆ। ਉਹ ਬਜ਼ੁਰਗ ਗੋਰਾ ਫਿਰ ਆਇਆ ਅਤੇ ਉਹਨੇ ਮੈਨੂੰ ਉਸੇ ਥਾਂ 'ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ, ਅਤੇ ਉਹਨੇ ਫਿਰ ਉੱਦਾਂ ਦਾ ਹੀ ਬੜੀ ਮਿੱਠੀ ਸਮਾਈਲ ਅਤੇ ਬੜਾ ਝੁੱਕ ਕੇ ਲੰਘਿਆ। ਇਹ ਕੰਮ 3-4 ਦਿਨ ਚੱਲਦਾ ਰਿਹਾ। ਉਦੋਂ ਬਾਅਦ ਸੰਡੇ ਆ ਗਿਆ ਅਤੇ ਮੈਂ ਉਦਣ ਕੀ ਕੀਤਾ, ਮੈਂ ਫਿਰ ਜਦੋਂ ਉਹ ਬਜ਼ੁਰਗ ਸਾਹਮਣੇ ਉਹ ਭੱਜਿਆ ਆ ਰਿਹਾ ਸੀ ਨਾ, ਮੈਂ ਉਹਦੇ ਸਾਹਮਣੇ ਐਂ ਕਰਕੇ ਖੜ੍ਹ ਗਿਆ। ਮੈਂ ਕਿਹਾ ਅੱਜ ਇਹਨੂੰ ਰੋਕ ਹੀ ਲਈਏ, ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ, ਨਮਸਕਾਰ ਕਰਕੇ ਜਾਂਦਾ, ਅਤੇ ਇਹ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾ ਰਿਹਾ, 4-5 ਦਿਨ ਹੋ ਗਏ ਅਤੇ ਤੂੰ ਕੌਣ ਹੈ ਅਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ, ਸਾਡੀ ਕੋਈ ਜਾਣ ਪਹਿਚਾਣ ਹੈ। ਮੈਂ ਹੱਥ ਕਰਕੇ ਖੜ੍ਹ ਗਿਆ। ਉਹਨੇ ਆ ਕੇ ਆਪਣੇ ਹੱਥ ਮੇਰੇ ਜ਼ੋਰ ਦੀ ਮਾਰੇ, ਕਹਿੰਦਾ ਚੀਅਰਸ, ਬੜਾ ਖੁਸ਼। ਅਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸਿਟ ਵਿਦ ਯੂ। ਸੋ ਕਹਿੰਦਾ ਆਈ ਐਮ ਫਰੀ, ਟੋਟਲੀ ਫਰੀ। ਜਿਵੇਂ ਡਾਕਟਰ ਕੰਗ ਬੋਲਦੇ ਨੇ ਨਾ ਉਹਦੀ ਆਵਾਜ਼ ਵਾਂਗੂ, ਇਹ ਵੀ ਉੱਥੇ ਪੜ੍ਹੇ ਨੇ, ਇਹਨਾਂ ਦੀ ਆਵਾਜ਼ 'ਚ ਬੜਾ ਠਰਮਾ ਅਤੇ ਸਹਿਜ ਜਿਹਾ ਇੱਦਾਂ ਦੀ ਆਵਾਜ਼, ਕਹਿੰਦਾ ਟੋਟਲੀ ਫਰੀ। ਅਸੀਂ ਉਹ ਕੈਂਬਰਿਜ ਦੀ ਸੜਕਾਂ 'ਤੇ ਉਹ ਬਗੀਚੇ 'ਚ ਸਾਈਡ 'ਤੇ ਬੈਠ ਕੇ, ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਬੜੀਆਂ ਲੰਮੀਆਂ ਗੱਲਾਂ ਕੀਤੀਆਂ, ਮੈਨੂੰ ਸਮਾਂ ਨਹੀਂ ਮਿਲ ਰਿਹਾ। ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦੇਵਾਂ, ਬੜਾ ਕੁਛ ਮੈਨੂੰ ਉਹ ਤੋਂ ਸਿੱਖਣ ਨੂੰ ਮਿਲਿਆ, ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਹਿਲਾ ਸਵਾਲ ਮੈਂ ਕੀਤਾ, ਮੈਂ ਕਿਹਾ ਸਰ ਤੁਸੀਂ ਮੈਨੂੰ ਰੋਜ਼ ਸਲਿਊਟ ਕਰਕੇ ਸਲਾਮ ਕਰਕੇ ਲੰਘਦੇ ਹੋ, ਕਾਰਨ ਕੀ ਹੈ? ਕਹਿੰਦਾ ਆਈ ਡੋਂਟ ਸਲਿਊਟ ਯੂ, ਆਈ ਸਲਿਊਟ ਯੂ ਟਰਬਨ। ਆਈ ਹੈਵ ਰੈਡ ਦ ਹਿਸਟਰੀ ਆਫ ਟਰਬਨ। ਆਈ ਹੈਵ ਗ੍ਰੇਟ ਸਲਿਊਟ ਫਾਰ ਗੁਰੂ ਗੋਬਿੰਦ ਸਿੰਘ, ਟਰਬਨ ਆਫ ਗੁਰੂ ਗੋਬਿੰਦ ਸਿੰਘ। ਕਮਾਲ ਦੀ ਗੱਲ, ਕਈ ਗੱਲਾਂ ਹੋਈਆਂ। ਦੂਜਾ ਸਵਾਲ, ਮੈਂ ਕਿਹਾ ਸਰ ਮੈਂ ਕੈਂਬਰਿਜ ਵਿੱਚ ਪੜ੍ਹਾਉਣਾ 3 ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਹਾਂ। ਮੈਂ ਆਈ ਐਮ ਹਾਈਲੀ ਇੰਪਰੈਸਡ। ਤੁਹਾਡੇ 'ਚੋਂ ਬਹੁਤ ਸਾਡੇ ਡਾਕਟਰ ਔਲਖ ਨੇ, ਡਾਕਟਰ ਗੁਰਸ਼ਰਨ ਸਿੰਘ ਮੰਚ 'ਤੇ ਬੈਠੇ ਆ, ਦੁਨੀਆ 'ਚ ਇਹਨਾਂ ਨੇ ਕੰਮ ਕੀਤਾ। ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ। ਮੈਂ ਕਿਹਾ ਯਾਰ ਥੋੜ੍ਹਾ ਕੈਂਬਰਿਜ ਦਾ, ਪੜ੍ਹਾਈ ਦਾ, ਐਜੂਕੇਸ਼ਨ ਦਾ, ਡਿਸਿਪਲਨ ਦਾ, ਪ੍ਰੋਫੈਸਰਾਂ ਦਾ, ਸਟੂਡੈਂਟਸ ਦਾ ਜਿਹੜਾ ਡਿਸਿਪਲਨ ਹੈ, ਆਈ ਐਮ ਹਾਈਲੀ ਇੰਪਰੈਸਡ। ਮੈਂ ਕਿਹਾ ਤੁਸੀਂ ਇਹ ਬਣਾਇਆ ਕਿਵੇਂ, ਮੈਨੂੰ ਇਹ ਸਮਝਾਓ। ਮੈਂ ਹਰ ਗੱਲ ਨੂੰ ਆਪਣੀ PhD ਨਾਲ ਰਿਲੇਟ ਕਰਦਾ ਕਿ ਇੱਥੋਂ ਕੰਮ ਕਰਕੇ ਜਦੋਂ ਮੈਂ PhD ਵਿੱਚ ਜਾਊਂਗਾ, ਉੱਥੇ ਕੋਈ ਜੇ ਮੇਰੇ ਵੱਸ 'ਚ ਹੋਇਆ ਤਾਂ ਮੈਂ ਇੱਦਾਂ ਦਾ ਮਾਹੌਲ ਤਿਆਰ ਕਰੂੰਗਾ। ਪਰ ਮੈਨੂੰ ਦੱਸੋ ਤੁਸੀਂ ਇਹ ਕੀਤਾ ਕਿਵੇਂ ਹੈ ਅਤੇ ਮੈਂ ਕੁਝ ਸਿੱਖ ਸਕਾਂ। ਮੇਰਾ ਇਹ ਸਵਾਲ ਕਰਨ ਦੀ ਦੇਰ ਸੀ ਪਿਆਰ ਵਾਲਿਓ, ਮੈਨੂੰ ਉਹ ਵਕਤ ਨਹੀਂ ਭੁੱਲਦਾ, ਅੱਜ ਤੱਕ ਨਹੀਂ ਭੁੱਲਦਾ। ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ। ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁਪ ਕੇ ਡਿੱਗਦੇ ਥੱਲੇ ਦੇਖੇ। ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ? ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰਿਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ? ਮੈਂ ਆਪਣੇ PhD ਵਿੱਚ ਵੀ ਚਾਹੁੰਦਾ ਇੱਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ? ਤੁਸੀਂ ਇਹ ਕਿੱਥੋਂ ਲਿਆ? ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ। 3 ਵਾਰ ਉਹਨੇ ਸੌਰੀ 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 ਸੌਰੀ। ਆਵਰ ਅਨਸੈਸਟਰਸ ਬਿਟਰੇਡ ਯੂ ਮਿਸਟਰ ਸਿੰਘ, ਵੀ ਬੋਰੋਡ ਇਟ ਫਰੋਮ ਪੰਜਾਬ। ਮਾਈ ਗੁੱਡਨੈਸ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲੀ। ਮੇਰੇ ਚਿਹਰੇ ਤੋਂ ਮੇਰੀ ਜ਼ੁਬਾਨ ਨਹੀਂ ਚੱਲ ਰਹੀ ਸੀ, ਪਰ ਮੇਰੇ ਚਿਹਰੇ 'ਤੇ ਸਵਾਲ ਸਨ। ਹੂ ਬੋਰੋਡ, ਵੈਨ ਬੋਰੋਡ, ਹਾਊ ਬੋਰੋਡ। ਉਸ ਗੋਰੇ ਨੇ ਸਭ ਕੁਝ ਪੜ੍ਹ ਲਿਆ। ਡਾਕਟਰ ਸਿੰਘ, ਆਈ ਨੋ ਵਾਟ ਯੂ ਆਰ ਗੋਇੰਗ ਟੂ ਆਸਕ ਮੀ। The story starts from 1809. Sir Metcalfe was at Amritsar to sign the first treaty with Maharaja Ranjit Singh. ਉਹਨੇ ਆਪਣੀ ਗਾਥਾ ਅੰਗਰੇਜ਼ੀ ਵਿੱਚ ਸੁਣਾਈ। ਮੈਂ ਤੁਹਾਨੂੰ ਉੜਥਾ ਕਰਕੇ ਸੁਣਾਉਣਾ, ਉਹਦੀ ਆਪਣੀ ਜ਼ੁਬਾਨ 'ਚ ਗੱਲ ਸੋਹਣੀ ਕਹੀ ਜਾਂਦੀ ਹੈ। ਕਹਿੰਦਾ ਗੱਲ 1809 ਦੀ ਹੈ। ਮੈਟਕੈਲਫ ਅੰਮ੍ਰਿਤਸਰ ਉਤਰਿਆ, ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ। ਪਹਿਲੀ ਸੰਧੀ ਬ੍ਰਿਟੇਨ ਅਤੇ ਇੰਡੀਆ, ਬ੍ਰਿਟੇਨ ਅਤੇ ਪੰਜਾਬ ਦੀ। ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ, ਪੰਜਾਬ ਇੱਕ ਵੱਖਰਾ ਦੇਸ਼ ਸੀ। ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਅਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ। ਅਤੇ ਉਹ 3 ਗੱਲਾਂ ਉੱਥੋਂ ਉਹਨੇ ਸਿੱਖੀਆਂ ਅਤੇ ਉਹ ਉਹਨੇ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹੀਆਂ। ਕਹਿੰਦਾ ਉੱਥੋਂ ਇਹ ਕਹਾਣੀ ਸ਼ੁਰੂ ਹੋਈ। ਪਹਿਲੀ ਗੱਲ ਮੈਟਕੈਲਫ ਨੇ ਕਹੀ, ਕਹਿੰਦਾ ਵੀ ਮੈਂ ਪੰਜਾਬ 'ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ, ਸੱਥਾਂ ਦੇ ਵਿੱਚ, ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ, ਸੂਰਜੀ ਘੜੀਆਂ। ਕਹਿੰਦਾ ਉਦੋਂ
ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ। ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ, ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮੈਲੋਡੀ ਚੇਂਜ ਹੁੰਦੀਆਂ ਨੇ, ਵੱਖਰੇ ਰਾਗ ਗਾਏ ਜਾਂਦੇ ਨੇ, ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ। ਆਪਾਂ ਅੱਜ ਵੀ ਦੇਖਦੇ ਹਾਂ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲਹਿਣਾ ਸਿੰਘ, ਕਾਰੀਗਰ ਕਿਉਂ ਅਸੀਂ ਉਹਨੂੰ ਇੰਜੀਨੀਅਰ ਕਹਿੰਦੇ ਹਾਂ, ਇੰਜੀਨੀਅਰ ਲਹਿਣਾ ਸਿੰਘ, ਜਿਹਨੇ ਉਹ ਘੜੀ ਉਦੋਂ ਬਣਾਈ ਅਤੇ ਅੱਜ ਤੱਕ ਕੁਛ ਸੁਸ਼ੋਭਿਤ ਹੈ ਪ੍ਰਕਰਮਾਂ ਦੇ ਖੱਬੇ ਹੱਥ। ਕਹਿੰਦਾ ਉਹ ਮੈਂ ਹੈਰਾਨ ਆ, ਮੈਟਕਲਫ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ, ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ? ਇੱਕ ਠੀਕ ਸਮੇਂ 'ਤੇ ਇੱਕ ਆਵਾਜ਼ ਆਉਂਦੀ ਹੈ ਬੜੀ ਇਲਾਹੀ, ਉਹਦੇ ਉਸ ਟਾਈਮ ਦੇ ਉੱਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ। ਕਹਿੰਦਾ ਇਹ ਸਮੇਂ ਦੇ ਇੰਨੇ ਪਾਬੰਦ ਨੇ। ਪੰਜਾਬ ਦੀਆਂ ਸੱਥਾਂ ਦੇ ਵਿੱਚ, ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ, ਜਿਹੜੀ ਮੈਟਕਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਾਬੰਦ ਹੋਣਾ ਚਾਹੀਦਾ। ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ, ਸਾਡੀ ਅੱਜ ਦੀ ਭਾਵਨਾ ਸੀ ਕਿ ਠੀਕ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ, ਆਪਾਂ ਕੀਤਾ। ਸੋ ਇਹ ਮੈਟਕਲਫ ਨੇ ਪੰਜਾਬ 'ਚ 1809 'ਚ ਦੇਖਿਆ ਸੀ। ਦੂਸਰੀ ਗੱਲ, ਮੈਟਕਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ 2 ਪ੍ਰੋਜੈਕਟਸ 'ਤੇ ਕੰਮ ਕਰ ਰਿਹਾ ਹੈ। ਪੰਜਾਬ, ਐਮਪਾਇਰ ਆਫ ਪੰਜਾਬ, ਜਿਹਨੂੰ ਆਪਾਂ ਦਰਬਾਰ ਖਾਲਸਾ ਕਹਿੰਦੇ ਹਾਂ, ਖਾਲਸਾ ਦਰਬਾਰ ਲਾਹੌਰ, ਕਹਿੰਦਾ ਇਸ ਵੇਲੇ ਉਹਦੇ 2 ਮੁੱਖ ਏਜੰਡੇ ਨੇ। ਉਹ ਪਤਾ ਕਿਹੜੇ ਸੀਗੇ? 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ 'ਚ ਮਤਾ ਪਾਸ ਕੀਤਾ ਸੀ, ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ, ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹੈ, ਹਰ ਮਾਂ, ਹਰ ਪਿਓ, ਹਰ ਬੱਚਾ, ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ। 1809 ਦੇ ਵਿੱਚ ਕਹਿੰਦਾ ਮੈਟਕਲਫ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਂਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ, ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ, ਅਤੇ ਉਹ ਸ਼ੁਰੂ ਕਰ ਚੁੱਕੇ ਆ ਉੱਥੇ, ਵੀ ਮਸਟ ਗੋ ਫॉर दैट। ਤੀਸਰੀ ਗੱਲ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ। ਉਹਨੇ ਮੈਟਕਲਫ ਨੂੰ ਦੱਸਿਆ ਕਿ ਅਸੀਂ ਇਹਦੇ 'ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ, ਹਰ ਪਿੰਡ ਵਿੱਚ ਫੌਜ ਹੋਊਗੀ, ਅਤੇ ਉਹ ਵਲੰਟੀਅਰ ਫੌਜ ਹੋਊਗੀ, ਪੇਡ ਨਹੀਂ ਹੋਊਗੀ। ਉਹ ਆਪਣੇ ਪਿੰਡ ਦੀ ਇੱਜ਼ਤ ਦੀ, ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ, ਅਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਕਿਤੇ ਮੈਂ ਗਲਤ ਕੰਮ ਕਰ ਰਿਹਾ ਹਾਂ। ਅਤੇ ਮੈਟਕਲਫ ਕਹਿੰਦਾ ਵੰਡਰਫੁਲ, the public with such a high command, they can challenge the king, they can protect themselves, they have their own decision making body. ਕਹਿੰਦਾ we don't have such kind of structure in Britain, we must think of that. ਕਹਿੰਦਾ ਇਹ 3 ਗੱਲਾਂ ਉਹਨੇ ਕਹੀਆਂ, ਤੇ ਕਹਿੰਦਾ sorry, ਕਹਿੰਦਾ you started this work in 1809, ਕਹਿੰਦਾ our records speak that by 1830 entire ਪੰਜਾਬ ਸਾਰਿਆਂ ਵਿੱਚ ਇੰਨੀ ਵਿੱਦਿਆ 100% ਦੇ ਲਗਭਗ 1830 ਦਾ ਡਾਟਾ ਦੱਸਦਾ ਕਿ ਪੰਜਾਬ ਵਿੱਚ ਹਰ ਬਜ਼ੁਰਗ, ਔਰਤ, ਮਾਂ, ਬਾਪ, ਨੌਜਵਾਨ, ਬੱਚਾ ਪੜ੍ਹ ਚੁੱਕਿਆ ਸੀ। ਅਤੇ ਕਹਿੰਦਾ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ, ਵਿਲੀਅਮ ਫੋਸਟਰ ਨੇ, ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ। ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਉਹਨਾਂ ਨੂੰ ਪੜ੍ਹਾ ਲਈਏ, ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ 'ਤੇ ਲੱਗੇ ਹੋਏ ਸੀ, ਆਪਣੀਆਂ ਦੱਬ ਲਈਏ ਲੋਕਾਂ ਨੂੰ ਜਾ ਕੇ ਆਪਾਂ। ਕਹਿੰਦਾ ਤੁਸੀਂ 1830 'ਚ ਕੰਮ ਕਰ ਲਿਆ ਸੀ। ਉਹ ਜਿਉਂ ਗੱਲ ਸੁਣਾਈ ਜਾ ਰਿਹਾ ਸੀ, ਮੇਰੇ ਰੌਂਗਟੇ ਖੜੇ ਹੋ ਰਹੇ ਸੀ। ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ, ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜ੍ਹਦਾ, ਪਰ ਮੈਨੂੰ ਇਹ ਕਿਤੇ ਮੈਨੂੰ ਪੜ੍ਹਨ ਨੂੰ ਨਹੀਂ ਸੀ ਮਿਲਿਆ। ਫਿਰ ਕਹਿੰਦਾ ਅਸੀਂ 1849 ਦੇ ਵਿੱਚ ਥੋੜ੍ਹਾ ਪੰਜਾਬ ਨੂੰ ਦੱਬ ਲਿਆ। ਪਹਿਲਾ ਕੰਮ ਅਸੀਂ ਕੀ ਕੀਤਾ? ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ GW ਲੈਟਨਰ, ਉਹਨੂੰ ਈਸਟ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ, ਵੀ ਨੀਡ ਯੂਰ ਹੈਲਪ। ਉਹ ਬੰਦਾ ਸੀ ਡਾਕਟਰ ਲੈਟਨਰ, ਜਿਹੜਾ 50 ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ। ਆਪਾਂ ਨੂੰ 4 ਤੋਂ ਵੱਧ ਨਹੀਂ ਆਉਂਦੀਆਂ ਹੁੰਦੀਆਂ, ਉਹ ਆਮ ਤੌਰ 'ਤੇ 3 ਹੀ ਆਉਂਦੀਆਂ ਹੁੰਦੀਆਂ। ਜਿਹੜਾ 50 ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ, ਉਹਨੂੰ ਪੁੱਛਿਆ ਈਸਟ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ, ਕਿੰਨਾ ਸਮਾਂ ਲਏਗਾ, ਕਿੰਨੇ ਪੈਸੇ ਲਏਗਾ? ਕਹਿੰਦਾ ਮੈਨੂੰ ਜਾ ਕੇ ਦੇਖ ਤੇ ਲੈਣ ਦਿਓ ਹੈ ਕੀ ਹੈ। ਲੈਟਨਰ ਇੱਥੇ ਆਇਆ, ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਸਿੰਸ ਅਨੈਕਸੇਸ਼ਨ ਐਂਡ ਇਨ 1882, ਦੱਸਦਾ ਕਹਿੰਦਾ ਐਡਾ ਸਟਰੋਂਗ ਐਜੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ, ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ, ਹਰ ਮਸੀਤ ਨਾਲ ਇੱਕ ਸਕੂਲ ਹੁੰਦਾ ਸੀ, ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ। ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸੀਤ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦਿੰਦਾ ਜਦੋਂ ਤੱਕ ਉਹ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ। ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਮਿਲਦੀ ਜਦੋਂ ਤੱਕ ਸਕੂਲ ਨਹੀਂ ਬਣਾ ਲੈਂਦੇ। ਅਤੇ ਸਿੱਖ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ, ਸਿੱਖਾਂ ਦੀ ਧਰਮਸ਼ਾਲਾ ਹੁੰਦੀ ਸੀ, ਅਤੇ ਸਿੱਖਾਂ ਨੂੰ ਵੀ ਧਰਮਸ਼ਾਲਾ ਬਣਾਉਣ ਦੀ ਆਗਿਆ ਨਹੀਂ ਸੀ ਹੁੰਦੀ ਜਦੋਂ ਤੱਕ ਸਕੂਲ ਨਹੀਂ ਖੜਾ ਕਰ ਦਿੰਦੇ। ਕਹਿੰਦਾ ਐਡਾ ਐਜੂਕੇਸ਼ਨ ਸਿਸਟਮ, ਕਹਿੰਦਾ ਸਰ ਦਿਸ ਇਜ਼ ਨੋਟ ਸੋ ਈਜ਼ੀ ਟਾਸਕ। ਕਹਿੰਦਾ 50 ਸਾਲ ਲੱਗਣਗੇ। ਲੈਟਨਰ ਕਹਿੰਦਾ ਇਹਨੂੰ ਕੱਟਣ ਵਾਸਤੇ। ਕਹਿੰਦਾ ਐਡਾ ਕਹਿੰਦਾ ਮੋਰਲ ਐਜੂਕੇਸ਼ਨ ਵਾਜ਼ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ। ਕਹਿੰਦਾ ਇੱਕ ਬੰਦਾ ਤੋਪ ਹੈ। ਤੇ ਈਸਟ ਇੰਡੀਆ ਕੰਪਨੀ ਕਹਿੰਦੀ ਲੈਟਨਰ
take 50 years. We have to totally grip. ਤੇ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਸਿੰਸ ਐਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ। ਤੇ ਉਹਦੇ ਵਿੱਚ ਉਹ ਸਾਰੀ ਗਾਥਾ ਨੂੰ ਲਿਖਦਾ। ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੁੰਦਾ ਨਾ, ਉਦੋਂ ਪੋਜੀਸ਼ਨ ਸੀਗੀ ਇੰਸਪੈਕਟਰ ਜਨਰਲ ਸਕੂਲਸ, ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲਸ, ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ। ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ, ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ, ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਚੇਅਰ ਕਰਦਾ ਰਿਹਾ। ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ। ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ। ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ। 1882 ਵਿੱਚ ਉਹਨੇ ਲਿਖ ਕੇ ਦੇ ਦਿੱਤਾ ਸੀ ਕਿ ਕੱਲੇ ਪਿੰਡਾਂ ਦੀਆਂ ਕਹਾਣੀਆਂ, ਕਿ ਇਸ ਪਿੰਡ ਦੀ, ਇੱਕ ਪਿੰਡ ਨੂੰ ਉਹ ਕੋਟ ਕਰਦਾ ਸਿਆਲਕੋਟ ਦਾ ਪਿੰਡ ਚੂੜ ਚੱਕ, ਕਹਿੰਦਾ ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ 1500 ਦੇ 1500 ਪੜ੍ਹੇ ਲਿਖੇ ਸੀ। ਰਾਣੀ ਨੂੰ ਕਹਿੰਦਾ ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜ੍ਹੇ ਲਿਖੇ ਨੇ। ਖੁਸ਼ ਆ ਮੇਰੇ ਕੰਮ ਤੋਂ। ਆਈ ਵਰਕਡ ਫਾਰ 33 years। ਧੰਨਵਾਦ ਕਰਦਾ ਕਿ ਤੁਸੀਂ 1858 'ਚ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ ਘਰ ਵਿੱਚੋਂ ਮੈਨੂੰ ਫੌਜ ਚਾਹੀਦੀ ਹੈ, ਕਾਹਦੇ ਵਾਸਤੇ? ਇਹ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ, ਬੰਦੂਕਾਂ ਨੇ, ਗੰਡਾਸੇ ਨੇ, ਕਿਰਪਾਨਾਂ ਨੇ, ਸਰਕਾਰ ਨੂੰ ਜਮ੍ਹਾਂ ਕਰਾ ਦਿਓ। ਸਰਕਾਰ ਪ੍ਰਤੀ ਸ਼ਸਤਰ 3 ਆਨੇ ਦੇਊਗੀ ਤੇ ਜਿਨ੍ਹਾਂ ਦੇ ਘਰਾਂ 'ਚ ਕੈਦੇ ਨੇ ਪ੍ਰਤੀ ਕੈਦਾ 6 ਆਨਾ ਦੇਊਗੀ, ਜਮ੍ਹਾਂ ਕਰਾ ਦਿਓ। ਕੈਦੇ ਦਾ ਮੁੱਲ 6 ਆਨੇ। ਉਹਨੇ ਧੰਨਵਾਦ ਕੀਤਾ, ਤੁਸੀਂ ਮੇਰੀ ਹੈਲਪ ਕੀਤੀ। ਕਹਿੰਦਾ ਪੰਜਾਬ ਦੇ ਇੱਕ ਪਿੰਡ ਦਾ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾੜ ਦਿੱਤੇ ਗਏ। ਮੈਂ ਬੜੀ ਤੀਬਰਤਾ ਨਾਲ, ਬੜੀ ਜਿਗਿਆਸਾ ਨਾਲ ਉਹਨੂੰ ਸੁਣ ਰਿਹਾ ਸੀ। ਮੈਨੂੰ ਯਾਦ ਆ ਮੇਰੇ ਮੱਥੇ 'ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ। ਮੈਂ ਸਵਾਲ ਕੀਤਾ, ਮੈਂ ਕਿਹਾ ਸਰ ਉਹਨਾਂ ਕੈਦਿਆਂ ਵਿੱਚ ਇਹੋ ਜਿਹਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਆਨੇ ਰੱਖਣਾ ਪੈ ਗਿਆ? ਕਹਿੰਦਾ ਡਾਕਟਰ ਸਿੰਘ, those primers were based on your Guru Granth Sahib. The vocabulary was from Shri Guru Granth Sahib. Those primers were attaching each and every children, whether in the Muslim schools, Sikh schools, Hindu schools, to Guru Granth Sahib, because Guru Granth Sahib is a source of positivity. ਉਹ ਕੈਦੀਆਂ ਨੂੰ ਸਾੜਿਆ ਤੇ ਉਹ ਗੱਲਾਂ ਸੁਣਾ ਰਿਹਾ ਸੀ। ਮੈਂ ਕਿਹਾ ਹੋਰ? ਕਹਿੰਦਾ ਜਿਹੜਾ ਤੁਹਾਡਾ ਉਹ ਸਿਸਟਮ ਸੀਗਾ ਨਾ, ਤੁਹਾਡੀ ਇਕੋਨਮੀ ਸੀਗੀ, ਉਹ ਇੰਨੀ ਸਟਰੋਂਗ ਸੀਗੀ। ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ। ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ, ਤਰਸਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ। ਇਹ ਕੀ ਸੀਗਾ? ਵਾਟ ਵਾਸ ਦਿਸ? ਐਡੀ ਸਾਡੀ ਸਟਰੋਂਗ ਇਕੋਨਮੀ, ਐਡਾ ਸਾਡਾ ਜ਼ਬਰਦਸਤ ਢਾਂਚਾ। ਅਤੇ ਪਿਆਰ ਵਾਲਿਓ, ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ, ਅਸੀਂ ਉਹਨੂੰ ਮੁੜ ਸੁਰਜੀਤ ਕਰਨਾ ਹੈ। ਮੈਨੂੰ ਉਹ ਪੁੱਛਣ ਲੱਗਿਆ ਕਿ ਭਾਈ ਇੱਦਾਂ ਦਾ ਕੰਮ ਤੁਹਾਡੇ ਕਿਤੇ ਹੁਣ ਹੋ ਰਿਹਾ? ਇੱਦਾਂ ਦੀ ਐਜੂਕੇਸ਼ਨ ਸਿਸਟਮ ਤੁਹਾਡਾ ਹੁਣ ਕਿਵੇਂ ਹੈ? ਅਤੇ ਮੈਂ 2010 ਦੇ ਵਿੱਚ ਆਤਮ ਪ੍ਰਕਾਸ਼ ਨੇ ਮੇਰੀਆਂ ਕਿਤਾਬਾਂ ਰਿਲੀਜ਼ ਕੀਤੀਆਂ ਸੀ ਅਤੇ ਮੈਂ ਉਹਨੂੰ ਦੱਸਿਆ ਕਿ ਸਰ ਛੋਟਾ ਜਿਹਾ ਕੰਮ ਮੈਂ ਕਰ ਰਿਹਾ। ਮੈਂ 24 ਕਿਤਾਬਾਂ ਲਿਖੀਆਂ ਨੇ, 300 ਸਕੂਲਾਂ ਦੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਅਤੇ ਬੜਾ ਐਕਸਾਈਟ ਹੋਇਆ, ਕਹਿੰਦਾ ਕਿਤਾਬਾਂ ਹੈਗੀਆਂ? ਮੈਂ ਕਿਹਾ ਹਾਂ, ਮੇਰੇ ਕਮਰੇ 'ਚ ਇੱਕ ਸੈੱਟ ਹੈਗਾ। ਮੈਂ ਉਹਨੂੰ ਨਾਲ ਲੈ ਗਿਆ, ਉਹਨੂੰ ਮੈਂ ਦਿਖਾਇਆ ਕਿ ਕਿਤਾਬਾਂ ਟਰਾਈਲਿੰਗੁਅਲ ਨੇ, ਇੰਗਲਿਸ਼, ਹਿੰਦੀ, ਪੰਜਾਬੀ ਦੇ ਵਿੱਚ ਨੇ। ਜੋ ਤੂੰ ਗੱਲਾਂ ਸੁਣਾ ਰਿਹਾ ਸੀ ਮੈਨੂੰ ਇਸ ਇਤਿਹਾਸ ਦਾ ਪਤਾ ਤਾਂ ਨਹੀਂ ਸੀ, ਪਰ 2010 ਵਿੱਚ ਪਰਮਾਤਮਾ ਨੇ ਮੇਰੇ ਕੋਲੋਂ ਉਹ ਕਿਤਾਬਾਂ ਲਿਖਾ ਲਈਆਂ ਸੀ। ਮੈਂ ਉਹਦੀ ਗੱਲ ਦਾ ਇੱਕ ਤੁਹਾਨੂੰ ਇੰਪੋਰਟੈਂਟ ਪੁਆਇੰਟ ਜਿਹੜਾ ਕਿ ਮੈਨੂੰ ਬਹੁਤ ਅਪੀਲ ਕੀਤਾ ਔਰ ਮੈਨੂੰ ਉਹ ਤੋਂ ਮਾਣ ਵੀ ਮਿਲਦਾ। ਕਹਿੰਦਾ these books are being taught in 300 schools? ਮੈਂ ਕਿਹਾ yes, these are also being taught in 10 schools in Britain. Oh my God. Writer, author, publishing 24 books, getting none from it. Why? What nonsense. And this everything is for money, nothing for free. ਉਹਨੇ ਕਈ ਕੁਛ ਕਹਿ ਗਿਆ। ਮੈਂ ਕਿਹਾ ਸਰ ਇਹ ਤਾਂ ਇੱਕ ਸੇਵਾ, ਇੱਕ ਚੈਰਿਟੀ ਹੈ। I am getting handsome salary from PAU. This is not my business. ਮੈਂ ਤੁਹਾਨੂੰ ਆਖਰੀ ਗੱਲ ਉਹਦੀ ਕਹਿਣੀ ਹੈ। ਇੱਕਦਮ ਖੜਾ ਹੋਇਆ, ਉਹਨੇ 2 ਵਾਰੀ ਆਏ ਮਾਰਿਆ ਪੈਰ, ਸਲੂਟ ਗੁਰੂ ਗੋਬਿੰਦ ਸਿੰਘ। ਬੁੜਾ ਸੀਗਾ ਉਹ, ਸਲੂਟ ਗੁਰੂ ਗੋਬਿੰਦ ਸਿੰਘ। ਰੋ ਕੇ ਨਾ ਉਹ ਮੇਰੇ ਪੈਰਾਂ 'ਤੇ ਡਿੱਗ ਗਿਆ। ਮੈਨੂੰ ਉਹ ਦਿਨ ਨਾ ਭੁੱਲਿਆ ਨਹੀਂ ਅਜੇ ਤੱਕ। ਐਡਾ ਬਜ਼ੁਰਗ ਉਹ। ਅਤੇ ਕਹਿੰਦਾ ਮੈਂ ਕਿਤਾਬਾਂ 'ਚ ਪੜ੍ਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸੂਰਾਂ ਦੇ ਪਿੰਡਾਂ 'ਚ ਫੌਜ ਵਿੱਚ ਕੰਮ ਕਰਦੇ ਸੀ, ਤਨਖਾਹ ਨਹੀਂ ਸੀ ਲੈਂਦੇ। ਕਹਿੰਦਾ ਸਟਿਲ ਦਾ ਰੂਟਸ ਆਰ ਅਲਾਈਵ। ਸੋ ਦਿਸ ਇਜ਼ ਆਵਰ ਹਿਸਟਰੀ। ਮੇਰੇ ਪਿਆਰੇ ਮਿੱਤਰੋ, ਆਪਾਂ ਨੇ ਇਸ ਨੂੰ ਮੁੜ ਸੁਰਜੀਤ ਕਰਨਾ ਹੈ। ਆਤਮ ਪ੍ਰਗਾਸ